ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡਾਉਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਧਨੀ ਬਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸ਼ਹਿ ਨਾਲੇ। ਸੋਰਠ ਮਹਿਲਾ ਪੰਜਵਾ। ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾੜੋ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨੋ। ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾੜੋ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨੋ। ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ। ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪਹਿਨਣ ਖਾਣੋ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪਹਿਨਣ ਖਾਣੋ ਆਪਣੇ ਦਾਸ ਕੀ ਆਪ ਪਹਿਜ ਰਾਖੀ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੁਗੋ ਜੁਗ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਗੁਰੂ ਪਿਆਰਿਓ। ਆਪ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੁਆਰਾ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਮੁੱਖ ਵਾਕ ਦਾ ਪਾਠ ਸਰਵਣ ਕੀਤਾ ਹੈ। ਇਹ ਸ਼ਬਦ ਜੋ ਅੱਜ ਵਿਚਾਰ ਵਾਸਤੇ ਲਿਆ ਹੈ ਸੋ ਇਸ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਉਚਾਰਨ ਕਰੋ ਜੀ ਸਤਿਨਾਮ ਸਤਿਨਾਮ। ਸ਼ਬਦ ਸੋਠ ਰਾਗ ਦੇ ਵਿੱਚ ਹੈ, ਦੋ ਪਦਾ ਹੈ ਭਾਵ ਦੋ ਪਦੇ ਹਨ ਸ਼ਬਦ ਦੇ ਦੋ ਦੋ ਲਾਈਨਾਂ ਦੇ ਤੇ ਇੱਕ ਵਿੱਚ ਰਹਾਉ ਦਾ ਪਦਾ ਹੈ ਜੋ ਸ਼ਬਦ ਦਾ ਕੇਂਦਰੀ ਭਾਵ ਹੈ। ਗੁਰੂ ਜੀ ਇਸ ਸ਼ਬਦ ਦੇ ਵਿੱਚ ਜੋ ਸਾਨੂੰ ਉਪਦੇਸ਼ ਸਾਡੀ ਜ਼ਿੰਦਗੀ ਦੇ ਲਾਭ ਹਿੱਤ ਜ਼ਿੰਦਗੀ ਦੇ ਵਿਕਾਸ ਵਾਸਤੇ ਚੜ੍ਹਦੀ ਕਲਾ ਵਾਸਤੇ ਦੇ ਰਹੇ ਹਨ ਆਓ ਰਲ ਮਿਲ ਕੇ ਵਿਚਾਰਨ ਦਾ ਯਤਨ ਕਰੀਏ। ਰਹਾਉ ਦਾ ਪਤਾ ਹੈ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੈ
ਹੋਈ ਸਰਬ ਕਲਿਆਣ ਰਹਾਉ। हे ਭਾਈ, ਸਾਡਾ ਮਾਲਿਕ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਦਾ ਹੀ ਉਹਦਾ ਜਿਹੜਾ ਸੁਭਾਅ ਹੈ ਮਿਹਰਬਾਨ ਹੈ, ਮਿਹਰ ਕਰਨ ਵਾਲਾ ਹੈ। ਮੇਰੇ ਪੂਰੇ ਸਤਿਗੁਰੂ ਜੀ ਨੇ ਰੋਕ ਪਾ ਦਿੱਤੀ, ਬੰਨ ਲਾ ਦਿੱਤਾ ਤੇ ਮੈਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਰਹਾਉ। ਇਹ ਇਹਨਾਂ ਦੋ ਪੰਕਤੀਆਂ ਦੇ ਆਖਰੀ ਅਰਥ ਹਨ। ਹੁਣ ਆਪਾਂ ਇਹਨਾਂ ਦੋ ਪੰਕਤੀਆਂ ਨੂੰ ਵਿਸਥਾਰ ਸਹਿਤ ਵਿਚਾਰਨ ਦਾ ਯਤਨ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਿਧਾਂਤ ਹੈ, ਫਲਸਫਾ ਹੈ, ਜਿਹੜੀ ਵਿਚਾਰਧਾਰਾ ਹੈ, ਉਹ ਇੱਕ ਈਸ਼ਵਰਵਾਦੀ ਹੈ। ਤੇ ਉਹ ਜੋ ਇੱਕ ਈਸ਼ਵਰਵਾਦੀ ਵਿਚਾਰਧਾਰਾ ਹੈ, ਉਹ ਈਸ਼ਵਰ ਕਿਹੋ ਜਿਹਾ ਹੈ ਉਹਦਾ ਬਿਆਨ ਕਰਕੇ ਵੀ ਸਮਝਾਇਆ ਹੈ। ਗੁਰਬਾਣੀ ਇਹ ਗੱਲ ਸਮਝਾਉਂਦੀ ਹੈ ਕਿ ਕਦੇ ਇਸ ਤਰ੍ਹਾਂ ਸੀ ਕਿ ਕੁਝ ਵੀ ਨਹੀਂ ਸੀ, ਉਦੋਂ ਵੀ ਉਹ ਸੱਚ ਸੀ ਜਿਹਨੂੰ ਈਸ਼ਵਰ ਕਿਹਾ ਹੈ, ਇੱਕ ਓੰਕਾਰ ਕਿਹਾ ਹੈ, ਜਿਸ ਦੇ ਸੰਬੰਧ ਵਿੱਚ ਹੀ ਰਾਮ ਸ਼ਬਦ ਕਿਹਾ ਹੈ, ਮੁਰਾਰੀ ਸ਼ਬਦ ਕਿਹਾ ਹੈ, ਦਿਆਲੂ ਸ਼ਬਦ ਕਿਹਾ ਹੈ, ਗੋਪਾਲ ਸ਼ਬਦ ਕਿਹਾ ਹੈ। ਉਹ ਉਦੋਂ ਵੀ ਸੀ। ਫਿਰ ਕਦੇ ਇਸ ਤਰ੍ਹਾਂ ਵੀ ਹੋਏਗਾ ਕਿ ਕੁਝ ਨਹੀਂ ਰਹੇਗਾ, ਉਹ ਫਿਰ ਵੀ ਰਹੇਗਾ। ਸਾਹਿਬ ਕਹਿੰਦੇ ਨੇ, ਅਰਬਦ ਨਰਬਦ ਧੁੰਦੂਕਾਰਾ, ਧਰਨ ਨ ਗਗਨ ਹੁਕਮ ਅਪਾਰਾ, ਨਾ ਦਿਨ ਰੈਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏ ਦਾ। ਸੁਨ ਸੀ, ਸੁਨ ਵਿੱਚ ਸੀ, ਸਮਾਧੀ ਚ ਭਾਵ ਪ੍ਰਗਟ ਨਹੀਂ ਸੀ। ਜਿਵੇਂ ਬੀਜ ਹੈ, ਉਹਦੇ ਵਿੱਚ ਹੀ ਰੁੱਖ ਹੈ, ਪਰ ਪ੍ਰਗਟ ਨਹੀਂ ਹੈ, ਸਮਾਧੀ ਚ ਸਮਝ ਲਓ ਉਹਦੇ ਚ ਹੈ, ਉਹਦੇ ਚ ਪਿਆ ਹੋਇਆ। ਇਸੇ ਤਰ੍ਹਾਂ ਨਿਰੰਕਾਰ ਇੱਕ ਸੀ, ਸੁਨ ਵਿੱਚ ਸੀ, ਕੁਝ ਨਹੀਂ ਸੀ ਉਹਦੇ ਤੋਂ ਬਗੈਰ। ਫਿਰ ਉਹਨੇ ਆਪਣੀ ਮੌਜ ਵਿੱਚ ਇਹ ਖੇਡ ਰਚ ਦਿੱਤੀ। ਖੰਡ ਬ੍ਰਹਿਮੰਡ ਪਤਾਲ ਅਰੰਭੇ, ਗੁਪਤੋਂ ਪ੍ਰਗਟੀ ਆਇਂਦਾ। ਫਿਰ ਉਹਨੇ ਖੰਡ ਬ੍ਰਹਿਮੰਡ, ਇਹ ਜੋ ਕੁਝ ਦਿਸਦਾ ਹੈ, ਇਹ ਸਾਰਾ ਬਣਾ ਦਿੱਤਾ ਤੇ ਗੁਪਤ ਤੋਂ ਪ੍ਰਗਟ ਹੋ ਗਿਆ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਫਿਰ ਇੰਜ ਵੀ ਸਮਝਾਇਆ ਹੈ ਕਿ ਆਪੀ ਨੇ ਆਪ ਸਾਜਿਓ। ਪਹਿਲਾਂ ਉਹਨੇ ਆਪਣੇ ਆਪ ਨੂੰ ਸਾਜਿਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਉਹਨੇ ਆਪ ਹੀ ਫਿਰ ਨਾਉ ਰਚਿਆ ਹੈ। ਨਾਉ ਮਤਲਬ ਗੁਣ ਹੈ, ਨਿਯਮ ਹੈ। ਫਿਰ ਦੁਈ ਕੁਦਰਤ ਸਾਜੀ ਹੈ। ਫਿਰ ਆਪਣੇ ਵਿੱਚੋਂ ਹੀ ਸਮਝਾਉਣ ਵਾਸਤੇ ਆਖੇ ਵੀ ਦੂਜੀ ਕੁਦਰਤ ਬਣਾਈ। ਉਵੇਂ ਕੁਦਰਤ ਉਹਦੇ ਤੋਂ ਵੱਖਰੀ ਨਹੀਂ ਹੈ, ਦੋਈ ਕੁਦਰਤ ਸਾਜੀ ਹੈ। ਤੇ ਫਿਰ ਕਰ ਆਸਣ ਡਿਠੋ ਚਾਓ। ਫਿਰ ਉਹ ਇਹਦੇ ਵਿੱਚ ਬੜੇ ਚਾਅ ਨਾਲ ਆਸਣ ਲਾ ਕੇ ਬੈਠਾ ਹੋਇਆ ਤੇ ਵੇਖ ਰਿਹਾ ਸਾਰਾ ਕੁਝ ਇਹਦੇ ਵਿੱਚ ਹੀ ਹੈ। ਇਸ ਤੋਂ ਵੱਖਰਾ ਗੁਰੂ ਸਾਹਿਬ ਉਹਨੂੰ ਨਹੀਂ ਮੰਨਦੇ ਵੀ ਰੱਬ ਕੋਈ ਇਸ ਤੋਂ ਵੱਖਰਾ ਹੈ, ਕੁਦਰਤ ਤੋਂ ਵੱਖਰਾ ਕਿਤੇ ਹੈ। ਕੁਦਰਤ ਵਿੱਚ ਹੀ ਕਾਦਰ ਨੂੰ ਮੰਨਿਆ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਉਹਦਾ ਅੰਤ ਨਹੀਂ ਲਖਿਆ ਜਾ ਸਕਦਾ, ਉਹਦੀ ਓੜਕ ਨਹੀਂ ਦੱਸੀ ਜਾ ਸਕਦੀ, ਪਰ ਉਹ ਆਪਣੀ ਕੁਦਰਤ ਵਿੱਚ ਵਸਿਆ ਹੈ ਤੇ ਉਹਦੀ ਸ਼ਨਾਖਤ ਜਿਹੜੀ ਹੈ ਉਹ ਵੀ ਕੁਦਰਤ ਹੀ ਹੈ। ਕੁਦਰਤ ਨਾ ਹੋਵੇ ਤੇ ਉਹਦੀ ਸ਼ਨਾਖਤ ਕਾਹਦੀ?
ਨਾਨਕ ਸੱਚ ਦਾਤਾਰ, ਉਹ ਸੱਚਾ ਦਾਤਾਰ ਹੈ, ਦਾਤਾ ਦੇਣ ਵਾਲਾ। ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਇਹ ਕੁਦਰਤ ਹੀ ਉਹਦੀ ਸ਼ਨਾਖਤ ਹੈ, ਪਹਿਚਾਣ ਹੈ। ਕੁਦਰਤ ਤੋਂ ਹੀ ਪਤਾ ਲੱਗਦਾ ਕਿ ਕੋਈ ਕਾਦਰ ਹੈ। ਜ਼ਿਆਦਾਤਰ ਸਮਾਜਾਂ ਦੇ ਅੰਦਰ ਕਹਿ ਲਓ, ਧਰਮਾਂ ਦੇ ਅੰਦਰ ਕਹਿ ਲਓ, ਕਿ ਬਹੁਤ ਸਾਰੇ ਧਰਮ ਨੇ, ਉਹਨਾਂ ਦੀ ਬਹੁ ਗਿਣਤੀ ਜਿੰਨੇ ਆ ਸਿੱਖ ਧਰਮ ਨੂੰ ਛੱਡ ਕੇ ਤੇ ਭਗਤਾਂ ਦੀ ਵਿਚਾਰਧਾਰਾ ਨੂੰ ਛੱਡ ਕੇ, ਬਾਕੀ ਸਾਰੇ ਹੀ ਇਉਂ ਉੱਪਰ ਵਾਲੇ ਪਾਸੇ ਨੂੰ ਮੰਨੀ ਜਾਂਦੇ ਨੇ ਕਿ ਸ਼ਾਇਦ ਰੱਬ ਕਿਤੇ ਉੱਪਰ ਹੈ। ਜਦੋਂ ਅਸੀਂ ਇਸੇ ਕਰਕੇ ਉਹਨੂੰ ਨੀਲੀ ਛਤਰੀ ਵਾਲਾ ਵੀ ਕਹਿ ਦਿੰਦੇ, ਕਹਿੰਦੇ ਉੱਪਰ ਵਾਲਾ ਵੇਖ ਰਿਹਾ ਹੈ। ਆਮ ਹੀ ਸ਼ਬਦ ਵਰਤਦੇ, ਹਮੇਸ਼ਾ ਤਾਂ ਨੂੰ ਹੱਥ ਕਰਦੇ ਆ, ਪਰ ਗੁਰੂ ਸਾਹਿਬ ਨੇ ਤੇ ਉਹ ਇੱਥੇ ਕਿਹਾ ਆ, ਉੱਪਰ ਉਹ ਸਾਰੀ ਜਗ੍ਹਾ ਹੀ ਫੈਲਿਆ ਹੋਇਆ। ਉਹ ਨੇੜੇ ਕੀ ਹੈ? ਨੇੜੇ ਹੈ, ਦੂਰ ਨਾ ਜਾਣੇ, ਵੀ ਉਹਨੂੰ ਦੂਰ ਨਾ ਸਮਝੋ ਵੀ ਕਿਤੇ ਦੂਰ ਰਹਿੰਦਾ ਹੈ। ਉਵੇਂ ਜਦੋਂ ਗੁਰੂ ਸਾਹਿਬ ਨੇ ਦੂਰ ਦੀ ਗੱਲ ਵੀ ਸਮਝਾਈ ਹੈ, ਪਰ ਕਦੋਂ ਸਮਝਾਈ ਹੈ? ਕਿ ਉਹ ਸੂਖਮ, ਇਤਨਾ ਸੂਖਮ ਹੈ ਕਿ ਉਹ ਸਾਡੀਆਂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ। ਆ ਸਥੂਲ ਤੇ ਸਾਡੇ ਨੇੜੇ ਹੀ ਹੈ। ਸੂਖਮ ਰੂਪ ਦੇ ਵਿੱਚ ਜੇ ਮਾਡਰਨ ਸਾਇੰਸ ਦੇ ਰਾਹੀਂ ਵੇਖਣਾ ਹੋਵੇ ਤਾਂ ਜਿਹੜਾ ਐਟਮ ਹੈ, ਐਟਮ ਦੇ ਵਿੱਚ ਤਿੰਨ ਚੀਜ਼ਾਂ ਨੇ, ਇਲੈਕਟ੍ਰੋਨ, ਨਿਊਟਰੋਨ ਤੇ ਪ੍ਰੋਟੋਨ। ਨਿਊਕਲੀਅਸ ਜਿਹੜਾ ਉਹਦਾ ਹੈ, ਫਿਰ ਉਹਨੂੰ ਹੋਰ ਉਹਨਾਂ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹ ਇੰਨਾ ਬਰੀਕ ਹੈ, ਉਹਦੇ ਵਿੱਚ ਵੀ ਅਗਾਂਹ ਹੈ, ਜਿੱਥੇ ਤੱਕ ਇੰਦਰੀਆਂ ਦੀ ਪਹੁੰਚ ਹੀ ਕੋਈ ਨਹੀਂ। ਉਹ ਐਟਮ ਵੀ ਨਹੀਂ ਦਿਸਦਾ ਇਸ ਤਰ੍ਹਾਂ, ਉਹ ਤੇ ਜੰਤਰਾਂ ਦੇ ਨਾਲ ਦੇਖਦੇ ਨੇ। ਸੋ ਉਹਨਾਂ ਇਸ ਰੂਪ ਵਿੱਚ ਉਹ ਸੂਖਮਤਾ ਦੇ ਵਿੱਚ ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਕਹਿੰਦੇ ਆਪੇ ਹੀ ਸੂਖਮ ਹੈ, ਆਪੇ ਹੀ ਅਸਥੂਲ ਹੈ। ਉਹਦੀ ਇਹ ਲੀਲਾ ਜਿਹੜੀ ਹੈ, ਕੌਤਕ ਜਿਹੜਾ ਹੈ, ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਉਹ ਇੱਕ ਹੈ ਤੇ ਸਰਬ ਵਿਆਪਕ ਹੈ, ਨੇੜੇ ਹੈ, ਦੂਰ ਨਹੀਂ ਹੈ। ਹੈ ਹਜ਼ੂਰ ਕਤ ਦੂਰ ਬਤਾਵੋ, ਹੈ ਤੇ ਹਜ਼ੂਰ ਹੈ, ਨੇੜੇ ਹੈ। ਹੋਰ ਮਹਾਰਾਜ ਨੇ ਗੱਲ ਕੀਤੀ ਵੀ ਤੇਰੇ ਅੰਦਰ ਹੈ। ਹੋਰ ਗੱਲ ਕਿਉਂ ਕਹਿਤੀ? ਤੂੰ ਉਹਦਾ ਹੀ ਰੂਪ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਸੀਂ ਸਾਰੇ ਉਹਦੇ ਵਿੱਚ ਆ ਜਾਂਦੇ ਹਾਂ। ਸੋ ਉਹ ਜੋ ਨਿਰੰਕਾਰ ਹੈ, ਉਹ ਨੇੜੇ ਹੈ, ਸਦੀਵੀ ਹੈ, ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਆਦ ਦਾ ਮਤਲਬ ਹੈ ਮੁੱਢ, ਆਰੰਭਤਾ, ਉਦੋਂ ਵੀ ਸੱਚ ਸੀ ਉਹ, ਆਦ ਤੋਂ। ਜੁਗਾਦ ਦਾ ਮਤਲਬ ਹੈ, ਯੁੱਗ ਦਾ ਅਰਥ ਹੈ ਸਮਾਂ, ਜਦੋਂ ਸਮਾਂ ਆਰੰਭ ਹੋਇਆ ਉਦੋਂ ਵੀ ਸੀ ਉਹ। ਸੋ ਸੁਨ ਤੱਕ ਸਮਾਂ ਨਹੀਂ ਪਹੁੰਚਦਾ। ਜੇ ਸੁਨ ਦੀ ਮਹਾਰਾਜ ਗੱਲ ਕਰਦੇ ਨੇ, ਇਹਨਾਂ ਸਾਇੰਟਿਸਟਾਂ ਨੇ ਵੀ ਨਿੱਕੇ ਤੋਂ ਨਿੱਕਾ ਸਮਾਂ ਲਾ ਕੇ ਕੋਸ਼ਿਸ਼ ਕੀਤੀ ਹੈ ਸੁਨ ਤੱਕ ਜਾਣ ਦੀ, ਪਰ ਜਾ ਨਹੀਂ ਪਾ ਰਹੇ। ਸਮੇਂ ਦਾ ਜਦੋਂ ਆਰੰਭ ਹੁੰਦਾ ਉਦੋਂ ਵੀ ਹੈ, ਹੁਣ ਵੀ ਹੈ। ਹੈਪੀ ਦਾ ਮਤਲਬ ਹੁਣ ਵੀ ਹੈ। ਨਾਨਕ ਹੋਸੀ ਪੀ ਸੱਚ, ਹੋਸੀ ਦਾ ਮਤਲਬ ਹੋਵੇਗਾ, ਉਹ ਆਉਣ ਵਾਲੇ ਸਮੇਂ 'ਚ ਵੀ ਸੱਚ ਹੋਵੇਗਾ, ਸਦਾ ਹੈ। ਆਦ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਆਦ ਮਤਲਬ ਆਰੰਭ ਵਿੱਚ, ਹੁਣ ਤੇ ਅੰਤ ਵਿੱਚ ਉਹ ਪੂਰਾ ਹੀ ਰਹਿੰਦਾ ਹੈ, ਉਹ ਅਧੂਰਾ ਨਹੀਂ ਹੁੰਦਾ। ਸਾਰਾ ਕੁਝ ਉਹਦੇ 'ਚ ਉਪਜਦਾ ਹੈ, ਉਹਦੇ 'ਚ ਹੀ ਸਮਾ ਜਾਂਦਾ ਹੈ, ਕਿਤੇ ਹੋਰ ਨਹੀਂ ਜਾਂਦਾ, ਕਿਤੇ ਵੀ ਉਹਦੇ 'ਚੋਂ ਆਉਂਦਾ, ਉਹਦੇ 'ਚ ਹੀ ਸਮਾ ਜਾਂਦਾ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਉਹ ਸੱਚ ਹੈ। ਸੱਚ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ, ਜਿਹੜਾ ਕਦੇ ਖਤਮ ਨਹੀਂ ਹੁੰਦਾ, ਜਿਹ 'ਚ ਕਦੇ ਕੋਈ ਬਦਲਾਅ ਨਹੀਂ, ਜਿਹੜਾ ਕਦੇ ਪੁਰਾਣਾ ਨਹੀਂ ਹੁੰਦਾ, ਕਮਜ਼ੋਰ ਨਹੀਂ ਹੁੰਦਾ। ਵੇਖੋ ਪੱਤੇ ਲੱਗੇ ਸਨ ਹਰੇ, ਪਹਿਲਾਂ ਨਿਕਲੇ ਕਰੁੰਮਣੀਆਂ, ਫਿਰ ਪੱਤੇ ਬਣੇ, ਫਿਰ ਉਹ ਹਰੇ ਭਰੇ ਰਹੇ, ਹੁਣ ਸੁੱਕ ਕੇ ਤੇ ਢਿੱਗ ਗਏ ਨੇ। ਉਹ ਨਹੀਂ ਤਾਂ ਹੁੰਦਾ। ਉਹਦੇ ਬਾਰੇ ਮਹਾਰਾਜ ਕਹਿੰਦੇ ਨੇ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਸੱਚ ਪੁਰਾਣਾ ਹੋਵੇ ਨਹੀਂ। ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ। ਜੋ ਕੁਝ ਸੱਚ ਦੁਆਰਾ ਸਿਰਜਿਆ ਹੋਇਆ ਉਹ ਸਾਰੇ ਪੁਰਾਣਾ ਹੋ ਕੇ ਖਤਮ ਹੋ ਕੇ ਸਮਾ ਜਾਂਦਾ ਹੈ, ਬਣਦਾ ਹੈ, ਢਹਿੰਦਾ ਹੈ।
ਹੈ ਉਹਦੇ 'ਚ ਵੀ ਰੂਪ ਹੀ ਬਦਲਦਾ ਹੈ, ਹੋਰ ਕੁਝ ਨਹੀਂ ਹੁੰਦਾ। ਪਰ ਸਮਝਣ ਲਈ ਸਾਨੂੰ ਜ਼ਰੂਰੀ ਹੈ ਕਿ ਬਣਦਾ ਹੈ, ਢਹਿੰਦਾ ਹੈ, ਪੁਰਾਣਾ ਹੋ ਜਾਂਦਾ। ਸਾਡਾ ਸਰੀਰ ਪੁਰਾਣਾ ਹੋ ਜਾਂਦਾ, ਕੱਪੜੇ ਪੁਰਾਣੇ ਹੋ ਜਾਂਦੇ, ਸਾਰਾ ਕੁਝ ਹੀ ਪੁਰਾਣਾ ਹੁੰਦਾ। ਪਰ ਸੱਚ ਕਦੇ ਵੀ ਪੁਰਾਣਾ ਹੁੰਦਾ ਨਹੀਂ। ਸੱਚ ਪੁਰਾਣਾ ਹੋਵੇ ਨਹੀਂ, ਸੱਚ ਪੁਰਾਣਾ ਨਹੀਂ ਹੁੰਦਾ। ਤੋ ਸਾਹਿਬ ਕਹਿੰਦੇ ਉਹ ਸਦਾ ਹੈ, ਨਾਲੇ ਮਾਲਕ ਹੈ, ਸਾਰਿਆਂ ਦਾ ਇੱਕ ਹੀ ਸਾਹਿਬ ਹੈ। ਜਿਤਨਾ ਕੁਝ ਬਣਿਆ ਉਹ ਸਾਰੇ ਦਾ ਇੱਕ ਹੀ ਸਾਹਿਬ ਹੈ, ਕੋਈ ਸਾਹਿਬ ਬਹੁਤੇ ਨਹੀਂ ਹਨ, ਸਭਨਾਂ ਦਾ ਇੱਕੋ ਹੀ ਸਾਹਿਬ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਜਿੰਨੇ ਖੰਡ ਬ੍ਰਹਮੰਡ ਨੇ ਇਹਨਾਂ ਸਾਰਿਆਂ ਦਾ ਇੱਕ ਹੀ ਦਾਤਾ, ਇੱਕ ਹੀ ਸਾਹਿਬ ਹੈ, ਮਾਲਕ ਹੈ, ਠਾਕੁਰ ਹੈ। ਫਿਰ ਉਹ ਜਿਹੜਾ ਠਾਕੁਰ ਹੈ ਕਹਿੰਦੇ ਨੇ ਉਹਦਾ ਜਿਹੜਾ ਸੁਭਾਅ ਆ, ਉਹਦਾ ਜਿਹੜਾ ਗੁਣ ਹੈ ਉਹ ਕੀ ਹੈ? ਬੜਾ ਮਿਹਰਬਾਨ। ਉਹ ਕੋਈ ਜ਼ਾਲਮ ਨਹੀਂ ਹੈ, ਕੋਈ ਜ਼ਾਲਮ ਨੇਚਰ ਵਾਲਾ ਨਹੀਂ ਹੈ ਕਿ ਉਹ ਜ਼ੁਲਮ ਕਰਦਾ ਹੈ। ਇਸ ਤਰ੍ਹਾਂ ਦਾ ਨਹੀਂ ਸੁਭਾਅ ਉਹਦਾ ਮਿਹਰਬਾਨ ਸੁਭਾਅ ਹੈ। ਜਿੱਥੇ ਮਹਾਰਾਜ ਕਹਿੰਦੇ ਨੇ ਸਾਹਿਬ ਮੇਰਾ ਮਿਹਰਬਾਨ, ਮਿਹਰਬਾਨ, ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਸਾਹਿਬ ਮੇਰਾ, ਮਿਹਰਬਾਨ ਜੀ ਸਗਲ ਕੋ ਦੇ ਦਾਨ। ਤੇ ਗੁਰੂ ਸਾਹਿਬ ਨੇ ਮਨੁੱਖ ਨੂੰ ਦਿਲਾਸਾ ਦਿੰਦੇ ਹੋਏ ਕਿਹਾ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਹੇ ਪ੍ਰਾਣੀ, ਤੂੰ ਕਿਉਂ ਡੋਲਦਾ ਹੈ? ਤੈਨੂੰ ਰੱਖਣ ਵਾਲਾ ਸਿਰਜਣਹਾਰ ਹੈ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਸ ਨੇ ਤੈਨੂੰ ਪੈਦਾ ਕੀਤਾ ਉਹਨੇ ਆਸਰਾ ਵੀ ਦਿੱਤਾ ਹੋਇਆ, ਤੂੰ ਨਹੀਂ ਸਮਝਦਾ, ਵੱਖਰੀ ਗੱਲ ਹੈ। ਹੁਣ ਹਵਾ ਸਾਨੂੰ ਕੋਈ ਥੋੜੀ ਖਰੀਦਣੀ ਪੈਂਦੀ ਹੈ, ਹਵਾ ਦਿੱਤੀ ਸਾਰੇ ਨੂੰ ਉਹਨੇ, ਪਾਣੀ ਦਿੱਤਾ ਹੈ, ਜਿੰਨੇ ਤੱਤ ਨੇ, ਜਿੰਨੇ ਸਾਡੇ ਜੀਵਨ ਲਈ ਲੋੜੀਂਦੇ ਨੇ, ਚਾਹੀਦੇ ਨੇ, ਉਹ ਸਾਰਾ ਕੁਝ ਹੀ ਉਹਨੇ ਦਿੱਤਾ ਹੋਇਆ ਹੈ, ਇਹੀ ਆਸਰਾ ਹੈ। ਪਰ ਮਨੁੱਖ ਨਹੀਂ ਸਮਝਦਾ ਤੇ ਉਹ ਪਰੇਸ਼ਾਨ ਹੁੰਦਾ ਹੈ। ਇਹ ਗੁਰੂ ਨੇ ਨੇਚਰ ਸਮਝਾਈ ਕਿ ਰੱਬ ਮਿਹਰਬਾਨ ਹੈ, ਦਿਆਲੂ ਹੈ, ਨਾਨਕ ਸਾਹਿਬ ਸਦਾ ਦਿਆਲ। ਹੁਣ ਜਦੋਂ ਇਹ ਗੱਲ ਸਮਝ ਆਏ ਵੀ ਉਹ ਸੱਚਾ ਹੈ, ਸਦੀਵੀ ਹੈ, ਮਿਹਰਬਾਨ ਹੈ, ਸਭ ਦਾ ਮਾਲਿਕ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰਾ ਕੁਝ ਉਹੀ ਕਰਨ ਵਾਲਾ ਹੈ, ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ। ਹੁਣ ਜਦੋਂ ਇਉਂ ਬੰਦਾ ਸਮਝ ਜਾਏ ਨਿਰੰਕਾਰ ਨੂੰ ਤੇ ਨਿਰੰਕਾਰ ਦੀ ਇਸ ਸ੍ਰਿਸ਼ਟੀ ਨੂੰ, ਉਹਦੇ ਸਿਸਟਮ ਨੂੰ, ਕਿਵੇਂ ਇਹ ਸਿਸਟਮ ਵਰਕ ਕਰਦਾ ਹੈ, ਮੇਰਾ ਸਰੀਰ ਕਿਵੇਂ ਵਰਕ ਕਰਦਾ ਹੈ, ਮੇਰਾ ਮਾਈਂਡ ਕਿਵੇਂ ਵਰਕ ਕਰਦਾ ਹੈ, ਆਪਣੇ ਆਪ ਨੂੰ ਬੰਦਾ ਵੇਖਣ ਲੱਗ ਜਾਏ, ਕੁਦਰਤ ਨੂੰ ਵੇਖਣ ਲੱਗ ਜਾਏ, ਆਪਣੇ ਆਪ ਵਿੱਚੋਂ ਨਿਰੰਕਾਰ ਨੂੰ ਵੇਖਣ ਲੱਗ ਜਾਏ, ਕੁਦਰਤ ਵਿੱਚੋਂ ਵੇਖਣ ਲੱਗ ਜਾਏ, ਤਾਂ ਕੀ ਉਹਦੇ ਮਨ ਦੇ ਵਿੱਚੋਂ, ਮਨ ਵਿੱਚ ਦੁੱਖ ਰਹਿਣਗੇ? ਮਨ 'ਚ ਦੁੱਖ ਰਹਿਣਗੇ? ਨਹੀਂ ਰਹਿਣਗੇ। ਹੁਣ ਇਹ ਗਿਆਨ ਦਿੱਤਾ ਹੈ ਗੁਰੂ ਨੇ, ਉਸ ਗਿਆਨ ਦਾ ਵਿਸ਼ਲੇਸ਼ਣ ਕੀਤਾ ਤੇ ਮਾਈਂਡ ਦੇ ਵਿੱਚ ਉਸ ਗੁਰੂ ਨੂੰ ਬਿਠਾ ਲਿਆ, ਉਸ ਪ੍ਰਾਪਤ ਕੀਤੇ ਗਿਆਨ ਨੂੰ। ਉਹੀ ਗੁਰੂ ਹੁੰਦਾ, ਉਹੀ ਸਾਡੀ ਅਗਵਾਈ ਕਰਦਾ ਹੈ। ਵਿਸ਼ਲੇਸ਼ਣ ਕਰਕੇ ਆਪਣੇ ਅੰਦਰ ਬਿਠਾਇਆ, ਜਿਹਨੂੰ ਵਿਵੇਕ ਕਿਹਾ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਮ ਵਿਵੇਕੋ, ਜਿਹਦਾ ਨਾਮ ਹੈ ਵਿਵੇਕ, ਜਿਹੜਾ ਸਾਨੂੰ ਜ਼ਿੰਦਗੀ ਦੀ ਜਿਉਣੀ ਸਿਖਾਉਂਦਾ, ਸਾਡੇ ਆਪਣੇ ਅੰਦਰ ਹੈ। ਗੁਰੂ ਨੇ ਉਹਨੂੰ ਪ੍ਰਗਟ ਕਰ ਦਿੱਤਾ ਅੰਦਰ, ਉਸ ਵਿਵੇਕ ਗੁਰੂ ਨੂੰ। ਹੁਣ ਉਸ ਗਿਆਨ ਨੇ ਕੀ ਕੀਤਾ ਹੈ? ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਸਤਿਗੁਰ ਪੂਰੇ ਨੇ ਗਿਆਨ ਦੇ ਰਾਹੀਂ ਅਗਿਆਨਤਾ ਦਾ ਹਨੇਰਾ ਮਿਟਾ ਦਿੱਤਾ। ਉਹ ਅਗਿਆਨ, ਉਹ ਕੱਚਾਪਨ ਜਿਹਦੇ ਰਾਹੀਂ ਜ਼ਿੰਦਗੀ ਵਿੱਚ ਕੀ ਆ ਰਹੇ ਨੇ? ਦੁੱਖ ਮਨ ਦੇ ਵਿੱਚ। ਮਨ ਦਾ ਵੱਡਾ ਦੁੱਖ ਕੀ ਹੈ? ਚਿੰਤਾ, ਡਰ ਤੇ ਫਿਕਰ ਤੇ ਤਣਾਅ, ਪਰੇਸ਼ਾਨੀ, ਘਬਰਾਹਟ, ਇਹ ਸਾਰੇ ਮਨ ਦੇ ਰੋਗ ਨੇ। ਹੁਣ ਇਹ ਜਿਹੜੀਆਂ ਚਿੰਤਾਵਾਂ, ਡਰ, ਫਿਕਰ ਨੇ, ਜੇ ਇਹ ਹੋਣਗੀਆਂ ਤੇ ਬੰਦੇ ਦਾ ਮਨ ਸ਼ਾਂਤ ਰਹੇਗਾ, ਬੰਦੇ ਦਾ ਮਨ ਖੁਸ਼ ਰਹੇਗਾ। ਭਾਵੇਂ ਸਾਰੀਆਂ ਸਹੂਲਤਾਂ ਉਹਦੇ ਕੋਲ ਹੋਣ, ਸਾਰੇ ਪਦਾਰਥ ਉਹਦੇ ਕੋਲ ਹੋਣ, ਲੋੜੀਂਦੇ ਜਿੰਨੇ ਚਾਹੀਦੇ ਨੇ, ਪਰ ਜੇ ਸੱਚ ਦਾ ਗਿਆਨ ਨਹੀਂ, ਸੱਚ ਦੀ ਸੋਝੀ ਨਹੀਂ ਹੈ,
ਤਾਂ ਉਹਦੇ ਮਾਈਂਡ ਦੇ ਵਿੱਚੋਂ ਅਸ਼ਾਂਤੀ ਕਦੇ ਖਤਮ ਨਹੀਂ ਹੋ ਸਕਦੀ। ਹੁਣ ਤੁਸੀਂ ਦੇਖੋ ਦੇਸ਼ਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਿਹੜੇ ਨੇ, ਉਹਨਾਂ ਕੋਲ ਕਿੰਨੀਆਂ ਸਾਰੀਆਂ ਸੁਵਿਧਾਵਾਂ ਨੇ, ਤਾਕਤਾਂ ਨੇ, ਫਿਰ ਵੀ ਸ਼ਾਂਤ ਰਹਿੰਦੇ ਨੇ, ਕਿਉਂਕਿ ਸੱਚ ਦੀ ਸੋਝੀ ਨਹੀਂ। ਉਹਨਾਂ 'ਚ ਉਹੀ ਸ਼ਾਂਤ ਰਹਿ ਸਕਦਾ ਜਿਹਦੇ ਕੋਲ ਸੋਝੀ ਹੈ, ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਵਿਵੇਕ ਹੈ। ਸਾਹਿਬ ਕਹਿੰਦੇ ਨੇ ਪੂਰੇ ਗੁਰੂ ਨੇ ਉਸ ਪਾਸੇ ਬੰਨ ਮਾਰ ਦਿੱਤਾ, ਭਾਵ ਹੁਣ ਉਸ ਪਾਸਿਓਂ ਜਿਹੜੇ ਅਗਿਆਨ ਦੇ ਵਿੱਚੋਂ ਚੀਜ਼ਾਂ ਆ ਰਹੀਆਂ ਸਨ ਉਹ ਖਤਮ ਹੋ ਗਈਆਂ, ਕਿਉਂਕਿ ਅੱਗੇ ਗਿਆਨ ਹੈ, ਗਿਆਨ ਨਾਲ ਟਕਰਾ ਕੇ ਖਤਮ ਹੋ ਜਾਂਦੀ ਹੈ। ਇੱਥੇ ਰੋਸ਼ਨੀ ਹੈ, ਹਨੇਰੇ ਦਾ ਕੰਮ ਹੀ ਕੋਈ ਨਹੀਂ। ਰੋਸ਼ਨੀ ਨਹੀਂ ਹੋਏਗਾ ਤਾਂ ਹਨੇਰਾ ਹੋਏਗਾ। ਹਨੇਰੇ ਵਿੱਚ ਹੀ ਡਰ ਫਿਕਰ ਹੁੰਦੇ ਨੇ, ਚਿੰਤਾ ਹੁੰਦੀ, ਚਾਨਣ 'ਚ ਨਹੀਂ ਹੁੰਦੀ। ਬੰਦ ਪਾਇਆ ਮੇਰੇ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਕਲਿਆਣ ਦਾ ਮਤਲਬ ਕੀ ਹੈ? ਸੁੱਖ, ਸਾਰੇ ਸੁੱਖ ਪ੍ਰਾਪਤ ਹੋ ਗਏ। ਸੋ ਨਿਰੰਕਾਰ ਨੂੰ ਸਮਝਣਾ ਬਾਣੀ ਰਾਹੀਂ ਜ਼ਰੂਰੀ ਹੈ, ਤੇ ਕੁਦਰਤ ਨੂੰ ਤੇ ਆਪਣੇ ਆਪ ਨੂੰ ਜੇ ਸੁਖੀ ਹੋਣਾ, ਤੇ ਆਪੇ ਸੁਖੀ ਹੋਣਾ, ਆਪਣੇ ਬੱਚਿਆਂ ਨੂੰ ਸੁਖੀ ਕਰਨਾ, ਆਪਣੀ ਫੈਮਿਲੀ ਦੇ ਨੂੰ ਸੁਖੀ ਕਰਨਾ, ਤੇ ਫੈਮਿਲੀ ਵਿੱਚ ਸੁੱਖ ਨਾਲ ਰਹਿਣਾ। ਜਿੰਨਾ ਚਿਰ ਬੰਦਾ ਨਹੀਂ ਸਮਝਦਾ, ਸ਼ਾਂਤੀ ਨਹੀਂ ਹੋ ਸਕਦੀ। ਜਲਣ ਤਾਂ ਹੀ ਬੁਝਦੀ ਹੈ ਅੰਦਰ ਦੀ। ਤੋਂ ਆਰੰਭ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਹਮਰੀ ਗਣਤ ਨਾ ਗਣੀਆਂ ਕਾਈ। ਕਾਈ ਦਾ ਮਤਲਬ ਹੈ ਕੋਈ। ਆਪਣਾ ਬਿਰਦ ਪਛਾਣ, ਪਛਾਣ ਦੇ ਨਾਣੇ ਨੂੰ ਸਿਹਾਰੀ ਦਾ ਅਰਥ ਹੈ ਪਛਾਣ ਕੇ। ਗੁਰੂ ਪਾਤਸ਼ਾਹ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕਿ ਵਾਹਿਗੁਰੂ ਦਾ ਸੁਭਾਅ ਇਹੋ ਜਿਹਾ ਹੈ ਕਿ ਉਹਦੀ ਸ਼ਰਨ ਵਿੱਚ ਜਿਹੜਾ ਵੀ ਆ ਜਾਂਦਾ ਹੈ ਉਹਦੀ ਕੋਈ ਗਿਣਤੀ ਮਿੰਤੀ ਨਹੀਂ ਕਰਦਾ। ਉਹ ਵੀ ਤੂੰ ਇੰਨੇ ਆਹ ਕੁਝ ਕੀਤਾ, ਇੰਨਾ ਆਹ ਕੀਤਾ, ਤੂੰ ਬਖਸ਼ਿਆ ਨਹੀਂ ਜਾ ਸਕਦਾ, ਤੈਨੂੰ ਆਹ ਪ੍ਰਾਪਤ ਨਹੀਂ ਹੋ ਸਕਦਾ। ਹੋ ਸਕਦਾ ਹੈ। ਬੱਚੇ ਨੇ ਸਮਝਣ ਵਾਸਤੇ ਪੇਪਰਾਂ ਦੇ ਦਿਨ ਆ ਗਏ, ਪਹਿਲਾਂ ਨਹੀਂ ਪੜ੍ਹਿਆ, ਪਰ ਉਹਨੇ ਉੱਥੇ ਜਾ ਕੇ ਮਿਹਨਤ ਕਰ ਲਈ, ਫਿਰ ਵੀ ਉਹ ਪਾਸ ਹੁੰਦਾ ਕਿ ਨਹੀਂ? ਬਖਸ਼ਿਆ ਜਾਂਦਾ ਨੇ, ਅੰਦਰ ਹੀ ਪਰਮੇਸ਼ਰ ਹੈ। ਉਹਨੂੰ ਫਿਰ ਧਾਰਨ ਕਰ ਲਿਆ ਮਿਹਨਤ ਰੂਪੀ ਗੁਣ ਨੂੰ, ਆਪੇ ਬੀਜ ਆਪੇ ਹੀ ਖਾਓ ਨੂੰ, ਤੇ ਉਹ ਫਿਰ ਸਫਲ ਹੋ ਗਿਆ। ਉਹਨੇ ਦਿਨ ਰਾਤ ਲਾ ਕੇ ਉਸ ਪਾਸੇ ਕੰਮ ਕਰ ਲਿਆ। ਭਾਵ ਹੈ ਜਿਹੜਾ ਰੱਬ ਦੀ ਸ਼ਰਨ 'ਚ ਆ ਜਾਂਦਾ, ਉਹਦੀਆਂ ਗਿਣਤੀਆਂ ਮਿੰਤੀਆਂ ਨਹੀਂ ਕੀਤੀਆਂ ਜਾਂਦੀਆਂ, ਬਖਸ਼ਿਆ ਜਾਂਦਾ, ਕਿਉਂਕਿ ਉਹਦੀ ਨੇਚਰ ਹੈ ਬਖਸ਼ਣਾ, ਗੱਲ ਨਾਲ ਲਾਉਣਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ ਮਾਲਕ ਦਾ ਇਹ ਬਿਰਧ ਹੈ ਕਿ ਜਿਹੜਾ ਸ਼ਰਨ ਚਾਹੁੰਦਾ ਉਹਨੂੰ ਗੱਲ ਨਾਲ ਲਾ ਲੈਂਦਾ, ਉਹਦਾ ਜੀਵਨ ਬਦਲ ਜਾਂਦਾ ਹੈ। ਇਹ ਨਹੀਂ ਕਿ ਤੇਰਾ ਹੁਣ ਜੀਵਨ ਨਹੀਂ ਬਦਲ ਸਕਦਾ, ਤੂੰ ਬੜੇ ਗੁਨਾਹ ਕੀਤੇ, ਤੇਰਾ ਮਾਈਂਡ ਪੱਕ ਗਿਆ, ਹੁਣ ਤੂੰ ਚੇਂਜ ਨਹੀਂ ਹੋ ਸਕਦਾ। ਸਾਰਾ ਕੁਝ ਹੋ ਸਕਦਾ ਜਦੋਂ ਬੰਦਾ ਮਨ ਕਰਕੇ ਚਾਹੁੰਦਾ ਹੈ। ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ। ਇਸ ਤੋਂ ਪਹਿਲਾਂ ਪੰਕਤੀ ਇੱਕ ਪਿਛਲੇ ਪਦੇ ਦੀ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ, ਆਪਣੇ ਸਦਾ ਸਦਾ ਰੰਗ ਮਾਣ। ਜਿਹੜਾ ਉਹਦੀ ਸ਼ਰਨ ਚ ਆ ਜਾਂਦਾ ਆਪਾ ਮਿਟਾ ਦਿੰਦਾ, ਉਹਨੂੰ ਆਪਣਾ ਬਣਾ ਲੈਂਦਾ ਹੈ ਤੇ ਉਹਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ। ਭਾਵ ਕੀ ਹੈ ਕਿ ਸਾਰੀ ਸਿਰਜਣਾ ਉਹਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਸਿਰਜੇ ਹੋਏ ਨੇ। ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹਨੂੰ ਇਹਨਾਂ ਦੀ ਸਮਝ ਲੱਗ ਜਾਂਦੀ ਹੈ। ਇਹ ਆ ਉਹਦਾ ਹੱਥ ਰੱਖਣਾ, ਤੇ ਉਹ ਫਿਰ ਸਦਾ ਹੀ ਜ਼ਿੰਦਗੀ ਵਿੱਚ ਕੀ ਕਰਦਾ? ਰੰਗ ਦਾ ਮਤਲਬ ਹੈ ਆਨੰਦ। ਉਹ ਆਨੰਦ ਮਾਣਦਾ ਜ਼ਿੰਦਗੀ 'ਚ। ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਸਾਹਿਬ ਕਹਿੰਦੇ ਵੀ ਜਿਸ ਸੱਚ ਨੇ, ਰੱਬ ਨੇ, ਦਿਆਲੂ ਨੇ ਤੇਰੇ ਇਸ ਸਰੀਰ ਵਿੱਚ ਜਿੰਦ ਪਾ ਕੇ, ਭਾਵ ਤੈਨੂੰ ਇਹ ਜੀਵਨ ਦਿੱਤਾ ਹੈ, ਤੇਰਾ ਜੀਵਨ ਬਣਾਇਆ, ਤੇਰਾ ਸੰਪੂਰਨ ਜੀਵਨ ਕੀਤਾ, ਤੇ ਇਸ ਜੀਵਨ ਵਾਸਤੇ ਪਹਿਨਣ ਖਾਣ ਵਾਸਤੇ ਵੀ ਤੈਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਫਿਰ ਉਹ ਆਪਣੇ ਸੇਵਕ ਦੀ ਆਪ ਇੱਜ਼ਤ ਰੱਖਦਾ ਹੈ, ਪੱਤ ਰੱਖ ਲੈਂਦਾ ਹੈ। ਭਾਵ ਉਹ ਕੰਮ ਜ਼ਿੰਦਗੀ 'ਚ ਨਹੀਂ ਕਰਦਾ ਜਿਹਦੇ ਕਰਕੇ ਇੱਜ਼ਤ ਖੁਆਰ ਹੋਏ ਤੇ ਉਹਦਾ ਜੀਵਨ ਬਰਬਾਦ ਹੋਵੇ। ਸਾਹਿਬ ਕਹਿੰਦੇ ਨੇ ਮੈਂ ਇਹੋ ਜਿਹੇ ਮਾਲਕ ਤੋਂ ਸਦਾ ਹੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਸੋ ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਆਪ ਜੁੜੀਏ ਸੱਚ ਨਾਲ, ਸੱਚ ਦੀ ਸੋਝੀ ਪ੍ਰਾਪਤ ਕਰੀਏ, ਆਪਣੇ ਬੱਚਿਆਂ ਨੂੰ ਵੀ ਦੇਈਏ। ਨਾਲ ਦੀ ਨਾਲ ਬਹੁਤ ਇਸ ਕੰਟਰੀ 'ਚ ਜ਼ਰੂਰੀ ਹੈ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਿਆ ਜਾਏ। ਪੇਰੈਂਟਸ ਜਿਹੜੇ ਸਿੱਖੇ ਹੋਏ ਨੇ ਉਹ ਘਰੇ ਸਿਖਾਉਣ। ਜਿੱਥੇ ਹੋਰ ਇੰਨਾ ਆਪਾਂ ਕੰਮ ਕਰਦੇ ਹਾਂ, ਬੱਚਿਆਂ ਵਾਸਤੇ ਇੰਨਾ ਕੁਝ ਕਰਦੇ ਹਾਂ, ਆਪ ਬੱਚਿਆਂ ਨੂੰ ਭਾਸ਼ਾ ਦਾ ਗਿਆਨ ਵੀ ਦਿਓ, ਕਿਉਂਕਿ ਸਕੂਲ 'ਚੋਂ ਤਾਂ ਮਿਲਣਾ ਨਹੀਂ, ਜਾਂ ਗੁਰਦੁਆਰੇ ਸਕੂਲ 'ਚੋਂ ਮਿਲੂਗਾ। ਤੇ ਜੇ ਤੁਸੀਂ ਆਪ ਮਿਹਨਤ ਕਰੋਗੇ ਤੇ ਬੱਚੇ ਪੰਜਾਬੀ ਪੜ੍ਹਨੀ ਸਿੱਖ ਜਾਣਗੇ, ਬੋਲਣੀ ਸਿੱਖ ਜਾਣਗੇ, ਤੇ ਆਪਣੇ ਧਾਰਮਿਕ ਸਾਹਿਤ ਦੇ ਨਾਲ ਜੁੜੇ ਰਹਿਣਗੇ, ਹਿਸਟਰੀ ਨਾਲ ਜੁੜੇ ਰਹਿਣਗੇ।
क्योंकि देखो गुरबाणी का कीर्तन तो इंग्लिश च नहीं हो सकता, ना अरदास हो सकती, ना हुक्मनामा, ना पाठ इंग्लिश में हो सकता है, ना ही पूरे शब्द हैं जिहड़े इधर दसे जा सकते हैं। हुण राड़ा आ वो इंग्लिश में है ही नहीं, तो बच्चे राड़ा ही बोलते हैं। जे उन्होंने कहो बच्चे को ना खिड़ाओ पढ़ो, तो वो की पढ़ते खिराओ, पढ़ो न पढ़ने पढ़ो, पौड़ी न पोरी, फिर वो अपनी भाषा राही ही सीखा जा सकता होंदा। तो जरूर आप टाइम कढो बच्चों वास्ते, ये सिखाओ, नाल हौली हौली बाणी पढ़नी सिखाओ, आप अर्थ समझो बाणी दे, बच्चों को समझाओ अर्थां नाल। जे तुसीं बच्चों को कहोगे ना पाठ करो, वो कहणगे काहदे नहीं करिए। इत्थे बच्चे कहते ने आम ही जिन्हें पढ़े ने कहते कल ही करिए, ਜਿਹੜੇ ਤੇ ਭਰਮਾਂ 'ਚ ਪਏ ਆ ਉਹ ਕਹਿੰਦੇ ਜੀ ਤੁਸੀਂ ਬਾਣੀ ਪੜੋ ਤੁਹਾਨੂੰ ਫਲ ਮਿਲਣਗੇ। ਇਹ ਗੱਲ ਹੁਣ ਨਹੀਂ ਚੱਲਣੀ ਵੀ ਇਦਾਂ ਫਲ ਕਿਵੇਂ ਮਿਲਣਗੇ, ਪੜ੍ਹ ਲਈ ਬਾਣੀ ਉਹਨਾਂ ਫਲ ਇਵੇਂ ਕਿਵੇਂ ਮਿਲੇ। ਗੱਲ ਤੇ ਹੈ ਵਿੱਚੋਂ ਅਪਣਾਉਣਾ। ਤੁਹਾਨੂੰ ਇਉਂ ਹੀ ਸਮਝਾਉਣਾ ਪੈਣਾ ਕਿ ਬੱਚਿਓ ਗੁਰਬਾਣੀ ਦੇ ਵਿੱਚ ਗਿਆਨ ਹੈ ਜਿਹੜੇ ਸਾਡੇ ਜੀਵਨ ਨੂੰ ਨਿਖਾਰਦਾ ਹੈ, ਤੇ ਉਹਨੂੰ ਪੜ੍ਹਨਾ ਹੈ ਉਹਦੇ 'ਚੋਂ ਗਿਆਨ ਪ੍ਰਾਪਤ ਕਰਨ ਵਾਸਤੇ, ਤਾਂ ਕਿ ਅਸੀਂ ਉਸ ਗਿਆਨ ਨਾਲ ਆਪਣੇ ਜੀਵਨ ਨੂੰ ਨਿਖਾਰ ਸਕੀਏ, ਜੀਵਨ ਨੂੰ ਉੱਚਾ ਚੁੱਕ ਸਕੀਏ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਇੱਕ ਬਚਨ ਗਾ ਕੇ ਪੜ੍ਹਦੇ ਹਾਂ ਤੇ ਫਿਰ ਆਨੰਦ ਸਾਹਿਬ ਦਾ ਪਾਠ ਤੇ ਅਰਦਾਸ ਹੋਏਗੀ ਜੀ। ऐसे गुर का बल बल जाइए, ऐसे गुर का बल बल जाइए, आप मुकत मोह तारे, आप मुकत मोह तारे, आप मुकत मोह। ठाकुर तुम शरणाई आया, उतर गयो मेरे मन का संसार, जब ते दर्शन पाया, अनबोलत मेरी बिरथा जानी, अपना नाम जपाया, दुख नाठे सुख सहज समाए, आनंद आनंद गुण गाया, बाह पकड़ कट लीने अपने, ग्रह अंधकूप ते माया, बाह पकड़ कट लीने अपने, ग्रह अंधकूप ते माया। भुल चुक लिखी मां सारियां दा धन्नवाद। आनंद साहिब जी दा पाठ।